ਸਤਨਾਮ ਸ਼੍ਰੀ ਵਾਹਿਗੁਰੂ। ਜੁਗੋ ਜੁਗ ਅਟਲ ਪ੍ਰਤੱਖ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਓ ਵਡ ਭਾਗੇ ਹੋ ਜੋ ਅੰਮ੍ਰਿਤ ਵੇਲੇ ਦਾ ਲਾਹਾ ਲੈਣ ਲਈ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚਦੇ ਹੋ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਸਭ ਤੋਂ ਵੱਡੀ ਦਾਤ ਹੈ ਅੰਮ੍ਰਿਤ ਵੇਲਾ ਮਿਲ ਜਾਣਾ। ਅੰਮ੍ਰਿਤ ਵੇਲੇ ਵਿੱਚ ਬੜੀ ਤਾਕਤ ਹੈ। ਅੰਮ੍ਰਿਤ ਵੇਲੇ ਉਹਦੀ ਵਡਿਆਈ ਕਰਨੀ, ਉਹਨੂੰ ਯਾਦ ਕਰਨਾ। ਫਿਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਮੈਂ ਕੀ ਹੋ ਜਾ ਅੱਗੇ ਰੱਖਾਂ ਕਿ ਤੇਰੇ ਦਰਬਾਰ ਦੀ ਝਲਕ ਪਵੇ। ਫਿਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਮਹੋਂ ਕੇ ਬੋਲਣ ਬੋਲੀ ਹੈ ਜਿਤ ਸੁਣ ਤਰੇ ਪਿਆਰ। ਕੀ ਹੋ ਜਾ ਮੂੰਹ ਵਿੱਚ ਬੋਲਾਂ ਕਿ ਤੇਰੇ ਨਾਲ ਪ੍ਰੀਤ ਬਣ ਜਾਏ। ਫਿਰ ਪਾਤਸ਼ਾਹ ਕਹਿੰਦੇ ਆ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਿਤੇ ਅੰਮ੍ਰਿਤ ਵੇਲੇ ਉੱਠ ਕੇ ਉਹਨੂੰ ਯਾਦ ਕਰਿਆ ਕਰ। ਜਿਸ ਘਰ ਵਿੱਚ ਅੰਮ੍ਰਿਤ ਵੇਲਾ ਆ ਜਾਂਦਾ ਹੈ ਉਸ ਘਰ ਵਿੱਚ ਬਰਕਤਾਂ ਆ ਜਾਂਦੀਆਂ ਹਨ। ਆਖੋ ਸਤਿਨਾਮ। ਜਿੱਥੇ ਆਲਸ ਹੈ, ਜਿੱਥੇ ਦਲਿੱਦਰ ਹੈ, ਉੱਥੇ ਕਦੇ ਸੁੱਖ ਨਹੀਂ ਆ ਸਕਦਾ। ਆਤਮਿਕ ਸ਼ਾਂਤੀ ਦੀ ਗੱਲ ਹੈ, ਦੁਨਿਆਵੀ ਮਾਇਆ ਦੀ ਗੱਲ ਨਹੀਂ ਹੈ। ਜਦੋਂ ਐਸੀ ਇੱਕ ਅਵਸਥਾ ਬਣ ਜਾਂਦੀ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਬਦ ਪੜ੍ਹ ਰਹੇ ਸੀ ਨਾ ਆਪਾਂ ਕਿ ਬਿਨ ਪ੍ਰਭ ਰਹਿਣ ਨਾ ਜਾਏ ਘਰੀ, ਸਾਰੰਗ ਮਹੱਲਾ ਪੰਜਵਾ। ਬਿਨ ਪ੍ਰਭ ਰਹਿਣ ਨਾ ਜਾਏ ਘਰੀ, ਉਸ ਮਨੁੱਖ ਉਹ ਮਨੁੱਖ ਪਰਮਾਤਮਾ ਦੀ ਯਾਦ ਤੋਂ ਬਿਨਾਂ ਘੜੀ ਵੀ ਨਹੀਂ ਰਹਿ ਸਕਦਾ। ਜਿਹਦੇ ਅੰਦਰ ਪ੍ਰੀਤ ਬਣ ਜਾਂਦੀ ਹੈ। ਸਰਬ ਸੁਖ ਤਾਹੂ ਕੈ ਪੂਰਨ, ਜਗ ਕਾ ਸੁਖ ਹੈ ਹਰੀ। ਜਿਸ ਮਨੁੱਖ ਦੇ ਹਿਰਦੇ ਵਿੱਚ ਸੁੱਖਾਂ ਦਾ ਮੂਲ ਪਰਮਾਤਮਾ ਆ ਵਸਦਾ ਹੈ, ਸੁੱਖਾਂ ਦਾ ਮੂਲ ਤੇ ਪਰਮਾਤਮਾ ਹੈ। ਇਹ ਮਾਇਆ ਵੀ ਗੁਰੂ ਤੋਂ ਲੱਭਦਾ ਹੈ, ਤੰਦਰੁਸਤੀ ਵੀ ਗੁਰੂ ਤੋਂ ਲੱਭਦਾ ਹੈ, ਪਦਾਰਥ ਵੀ ਗੁਰੂ ਤੋਂ ਲੱਭਦਾ ਹੈ। ਪਰ ਉਹਦੇ ਦਿੱਤੇ ਹੋਏ ਕੰਨਾਂ ਨਾਲ ਸੁਣਦਾ ਕੁਛ ਹੋਰ ਆ, ਉਹਦੀਆਂ ਅੱਖਾਂ ਨਾਲ ਵੇਖਦਾ ਕੁਛ ਹੋਰ ਆ, ਉਹਦੇ ਦਿੱਤੇ ਹੋਏ ਪੈਰਾਂ ਨਾਲ ਤੁਰਦਾ ਕਿਸੇ ਪਾਸੇ ਹੋਰ ਆ। ਆਖੋ ਸਤਿਨਾਮ। ਸੁੱਖ ਮਾਲਕ ਤੋਂ ਚਾਹੀਦੇ ਆ, ਪਰ ਮਾਲਕ ਦੀ ਗੱਲ ਨਾ ਸੁਣਨੀ ਪਵੇ। ਸਰਬ ਸੁਖ ਤਾਹੂ ਕੈ ਪੂਰਨ, ਜਾ ਕੈ ਸੁਖ ਹੈ ਹਰੀ। ਜਿਸ ਮਨੁੱਖ ਦੇ ਹਿਰਦੇ ਵਿੱਚ ਸੁੱਖਾਂ ਦਾ ਮੂਲ ਪਰਮਾਤਮਾ ਆ ਵਸਦਾ ਹੈ, ਉਸ ਮਨੁੱਖ ਦੇ ਹੀ ਹਿਰਦੇ ਵਿੱਚ ਸਾਰੇ ਸੁੱਖ ਆ ਵਸਦੇ ਹਨ। ਮੰਗਲ ਰੂਪ ਪ੍ਰਾਨ ਜੀਵਨ, ਧਨ ਸਿਮਰਤ ਆਨੰਦ ਕਨਾ। ਉਹ ਪ੍ਰਭੂ ਖੁਸ਼ੀਆਂ ਦਾ ਰੂਪ ਹੈ। ਉਹ ਪ੍ਰਾਣਾਂ ਦਾ ਜੀਵਨ ਦਾ ਆਸਰਾ ਹੈ। ਉਹਨੂੰ ਸਿਮਰਦਿਆਂ ਬਹੁਤ ਆਨੰਦ ਪ੍ਰਾਪਤ ਹੁੰਦੇ ਹਨ, ਜੋ ਆਨੰਦ ਕਦੇ ਮਿਟਦਾ ਨਹੀਂ। ਵਡ ਸਮਰੱਥ ਸਦਾ ਸਦ ਸੰਗੇ, ਗੁਣ ਰਸਨਾ ਕਵਨ ਪਨਾ। ਉਹ ਪ੍ਰਭੂ ਵੱਡੀਆਂ ਤਾਕਤਾਂ ਦਾ ਮਾਲਕ ਹੈ। ਪਦਾਰਥਾਂ ਦੀ ਕਿਹੜੀ ਗੱਲ ਆ? ਤੇਰੇ ਕੋਲੇ ਅੰਮ੍ਰਿਤ ਵੇਲਾ ਹੋਣਾ ਚਾਹੀਦਾ, ਤੇਰੇ ਪੱਲੇ ਸਿਮਰਨ ਹੋਣਾ ਚਾਹੀਦਾ। ਤੈਨੂੰ ਪਦਾਰਥਾਂ ਦੇ ਪਿੱਛੇ, ਮਾਇਆ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਹੈ। ਮਾਇਆ ਤੇਰੇ ਪਿੱਛੇ ਆਏਗੀ। ਮੰਗਲ ਰੂਪ ਪ੍ਰਾਣ ਜੀਵਨ, ਧਨ ਸਿਮਰਤ ਆਨੰਦ ਕਨਾ। ਉਹਨੂੰ ਸਿਮਰਦਿਆਂ ਬਹੁਤ ਆਨੰਦ ਪ੍ਰਾਪਤ ਹੁੰਦਾ ਹੈ।
ਵਡ ਸਮਰੱਥ ਸਦਾ ਸਦ ਸੰਗੇ, ਗੁਣ ਰਸਨਾ ਕਵਨ ਪਨਾ। ਮੈਂ ਆਪਣੀ ਜੀਵ ਨਾਲ ਉਹਦੇ ਕਿਹੜੇ ਕਿਹੜੇ ਗੁਣ ਬਿਆਨ ਕਰ ਸਕਦਾ ਹਾਂ। ਉਹ ਪ੍ਰਮਾਤਮਾ ਥਾਨ ਪਵਿੱਤਰਾ, ਮਾਨ ਪਵਿੱਤਰਾ, ਪਵਿੱਤਰ ਸੁਣਨ ਕਹਿ ਨਹਾਰੇ। ਜਿੱਥੇ ਪ੍ਰਮਾਤਮਾ ਦਾ ਨਾਮ ਉਚਾਰਿਆ ਜਾਂਦਾ ਹੈ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ, ਉਹ ਥਾਂ ਪਵਿੱਤਰ ਹੋ ਜਾਂਦਾ, ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ। ਤੇਰੇ ਨਾਮ ਨੂੰ ਮੰਨਣ ਵਾਲੇ, ਸ਼ਰਧਾ ਨਾਲ ਮਨ ਵਿੱਚ ਵਸਾਉਣ ਵਾਲੇ ਪਵਿੱਤਰ ਹੋ ਜਾਂਦੇ ਹਨ। ਸੁਣਿਆ ਸੀ ਨਾ, ਵਿਸ਼ਵਾਸ, ਸ਼ਰਧਾ, ਭਰੋਸਾ ਗੁਰੂ ਤੋਂ ਮੰਗਿਆ ਕਰਕੇ ਸਤਿਗੁਰੂ ਜੀ ਮੈਨੂੰ ਤੇਰੇ ਵਚਨਾਂ ਤੇ ਭਰੋਸਾ ਆ ਜਾਏ। ਆਖੋ ਸਤਿਨਾਮ। ਵਿਸ਼ਵਾਸ ਆ ਜਾਏ। ਸੁਣਨ ਵਾਲੇ ਤੇ ਜਪਣ ਵਾਲੇ ਪਵਿੱਤਰ ਹੋ ਜਾਂਦੇ ਹਨ। ਸੁਣਤੇ ਪੁਨੀਤ ਕਹਿਤੇ ਪਵਿੱਤ, ਕਹੋ ਨਾਨਕ ਤੇ ਭਵਨ ਪਵਿੱਤਰਾ, ਜਾਂ ਮੈਂ ਸੰਤ ਤੁਮਾਰੇ। ਜਿਨ੍ਹਾਂ ਘਰਾਂ ਵਿੱਚ ਸੰਤ ਰੂਪ ਵਸਦੇ ਹਨ ਉਹ ਪਵਿੱਤਰ ਹੋ ਜਾਂਦੇ ਹਨ। ਸਾਰੰਗ ਮਹੱਲਾ ਪੰਜਵਾ। ਰਸਨਾ ਜਪਤੀ ਤੂੰ ਹੀ ਤੂੰ ਹੀ, ਮੇਰੀ ਜੀਵ ਦਾ ਸਦਾ ਤੇਰਾ ਨਾਮ ਜਪਦੀ ਹੈ। ਜਦੋਂ ਰਸਨਾ ਸਦਾ ਨਾਮ ਜਪਣ ਲੱਗ ਪਈ, ਜੇ ਹੁਣ ਰਸਨਾ ਨੇ ਨਾਮ ਕਦੇ ਜਪਿਆ ਨਹੀਂ, ਮੰਦਾ ਬੋਲਦੀ ਹੈ, ਰਸਨਾ ਤੇ ਨਿੰਦਿਆ ਕਰਨ ਵਿੱਚ ਲੱਗੀ ਹੋਈ ਹੈ, ਕੰਨ ਨਿੰਦਿਆ ਸੁਣਨ ਵਿੱਚ ਲੱਗੇ ਹੋਏ ਹਨ, ਅੱਖਾਂ ਮਾੜਾ ਦੇਖਣ ਵਿੱਚ ਲੱਗੀਆਂ ਹੋਈਆਂ ਨੇ, ਇਹ ਕਹਿੰਦਾ ਤੰਦਰੁਸਤੀ ਨਹੀਂ ਆ ਰਹੀ। ਆਖੋ ਸਤਿਨਾਮ। ਤੰਦਰੁਸਤੀ ਕਿੱਥੋਂ ਆਏਗੀ? ਕੰਨਾਂ ਵਿੱਚ ਬਾਣੀ ਪਵੇ, ਅੱਖਾਂ ਨਾਲ ਗੁਰੂ ਦੇ ਦਰਸ਼ਨ ਹੋਣ। ਮਾਤ ਗਰਭ ਤੁਮ ਹੀ ਪ੍ਰਤਪਾਲਕ, ਮਿਰਤ ਮੰਡਲ ਇੱਕ ਤੂੰ ਹੀ। ਤੇ ਉਹ ਪ੍ਰਮਾਤਮਾ ਤਾਂ ਗੁਰੂ ਪਿਆਰਿਓ ਮਾਂ ਦੇ ਪੇਟ ਵਿੱਚ ਵੀ ਜੀਵਾਂ ਦੀ ਪਾਲਣਾ ਕਰਦਾ ਹੈ। ਮਾਤ ਗਰਭ ਤੁਮ ਹੀ ਪ੍ਰਤਪਾਲਕ, ਮਿਰਤ ਮੰਡਲ ਇੱਕ ਤੂੰ ਹੀ। ਜਗਤ ਵਿੱਚ ਹੀ ਸਿਰਫ ਤੂੰ ਹੀ ਪਾਲਣਹਾਰ ਹੈ, ਹੋਰ ਦੂਜਾ ਹੈ ਹੀ ਨਹੀਂ ਕੋਈ। ਮਾਇਆ ਵੀ ਉਹਨੇ ਬਣਾਈ ਆ, ਸ੍ਰਿਸ਼ਟੀ ਵੀ ਉਹਨੇ ਬਣਾਈ ਆ, ਸਰੀਰ ਵੀ ਉਹਨੇ ਬਣਾਇਆ, ਰਚਨਾ ਤੇ ਵਾਹਿਗੁਰੂ ਦੀ ਹੈ। ਫਿਰ ਕਿੱਥੋਂ ਮੰਗਦਾ ਫਿਰਦਾ? ਆਖੋ ਸਤਿਨਾਮ। ਮਾਤ ਗਰਭ ਤੂੰ ਹੀ ਪ੍ਰਤਪਾਲਕ, ਮਿਰਤ ਮੰਡਲ ਇੱਕ ਤੂੰ ਹੀ। ਤੁਮੇ ਪਿਤਾ ਤੁਮ ਹੀ ਫੁਨ ਮਾਤਾ, ਤੁਮੇ ਮੀਤ ਹਿਤ ਭਰਾਤਾ। ਜੇ ਅਸਲੀ ਆਪਣਿਆਂ ਤੋਂ ਮੰਗਣਾ ਨਾ, ਆਪਣਾ ਤੇ ਗੁਰੂ ਹੈ। ਤੁਮਹੇ ਪਿਤਾ ਤੁਮ ਹੀ ਫੁਨ ਮਾਤਾ, ਹੇ ਅਕਾਲ ਪੁਰਖ ਤੂੰ ਹੀ ਸਾਡਾ ਪਿਓ ਹੈ, ਤੂੰ ਹੀ ਸਾਡੀ ਮਾਂ ਹੈ, ਤੇ ਤੂੰ ਹੀ ਸਾਡਾ ਮਿੱਤਰ ਹੈ, ਤੂੰ ਹੀ ਹਿਤ ਹੈ ਤੇ ਤੂੰ ਹੀ ਭਰਾ ਹੈ। ਤੁਮਹੇ ਪਿਤਾ ਤੁਮ ਹੀ ਫੁਨ ਮਾਤਾ, ਤੁਮਹੇ ਮੀਤ ਹਿਤ ਭਰਾਤਾ। ਤੁਮ ਪਰਿਵਾਰ ਤੁਮੇ ਆਧਾਰਾ, ਤੁਮਹੇ ਜੀ ਪ੍ਰਾਣ ਦਾਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਅਕਾਲ ਪੁਰਖ ਹੀ ਸਾਡਾ ਪਰਿਵਾਰ ਹੈ, ਸਾਡਾ ਆਸਰਾ ਹੈ, ਸਾਨੂੰ ਜਿੰਦ ਦੇਣ ਵਾਲਾ ਤੇ ਸਾਨੂੰ ਪ੍ਰਾਣ ਦੇਣ ਵਾਲਾ ਹੈ। ਤੁਮਹੇ ਖਜ਼ੀਨਾ ਤੁਮਹੇ ਜਰੀਨਾ, ਤੁਮ ਹੀ ਮਾਣਕ ਲਾਲਾ। ਤੂੰ ਹੀ ਮੇਰੇ ਵਾਸਤੇ ਖਜ਼ਾਨਾ ਹੈ ਤੇ ਤੂੰ ਹੀ ਮੇਰੇ ਵਾਸਤੇ ਧਨ ਦੌਲਤ ਹੈ। ਤੇਰੇ ਵਿੱਚ ਹੀ ਸਭ ਕੁਝ ਸਮਾਇਆ ਹੋਇਆ ਹੈ, ਤੈਥੋਂ ਹੀ ਪ੍ਰਾਪਤ ਕਰਨਾ ਹੈ। ਫਿਰ ਉੱਠ ਕੇ ਗੁਰੂ ਜੀ ਦੀ ਸ਼ਰਨ ਵਿੱਚ ਪੈ ਜਾ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ। ਮੋਕੋ ਤੋਂ ਭਰੋਸੋ ਹੈ ਗੁਰੂ ਗ੍ਰੰਥ ਮਹਾਰਾਜ ਪਾਏ। ਇੱਕ ਗੁਰੂ ਗ੍ਰੰਥ ਸਾਹਿਬ ਜੀ ਤੇ ਤੇਰਾ ਭਰੋਸਾ ਹੋਵੇ, ਵਿਸ਼ਵਾਸ ਹੋਵੇ। ਤੁਮੇ ਖਜ਼ੀਨਾ ਤੁਮਹੇ ਜਰੀਨਾ, ਤੁਮ ਹੀ ਮਾਣਕ ਲਾਲਾ। ਤੂੰ ਹੀ ਮੇਰੇ ਲਈ ਮੋਤੀ ਹੀਰੇ ਧਨ ਦੌਲਤ ਹੈ।
ਤੁਮਹੇ ਪਾਰ ਜਾਤ ਗੁਰ ਤੇ ਪਾਏ, ਤਉ ਨਾਨਕ ਭਏ ਨਿਹਾਲਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਤੂੰ ਹੀ ਸਵਰਗ ਦਾ ਪਾਰ ਜਾਤ ਇੱਕ ਰੁੱਖ ਹੈ, ਸਵਰਗ ਦਾ ਰੁੱਖ ਹੈ। ਤੇ ਜਦੋਂ ਤੂੰ ਗੁਰੂ ਦੇ ਰਾਹੀਂ ਮਿਲ ਪੈਂਦਾ ਹੈ ਤਦੋਂ ਫਿਰ ਪ੍ਰਸੰਨ ਚਿੱਤ ਹੋ ਜਾਈਦਾ ਹੈ। ਕੋਈ ਚੀਜ਼ ਪ੍ਰਸੰਨ ਚਿੱਤ ਨਹੀਂ ਕਰ ਸਕਦੀ। ਇੱਥੇ ਮਾਇਆ ਵਾਲੇ ਬੜੇ ਆ, ਗੁਰਮੁਖੋ ਮਾਇਆ ਧਾਰੀਆਂ ਦੀ ਘਾਟ ਨਹੀਂ। ਜੇ ਨਹੀਂ ਹੈ ਤਾਂ ਵੀ ਦੁੱਖ ਹੈ, ਜੇ ਹੈ ਤਾਂ ਵੀ ਦੁੱਖ ਹੈ। ਜਿਸ ਗ੍ਰਹਿ ਬਹੁਤ ਤਿਸ ਗ੍ਰਹਿ ਚਿੰਤਾ, ਜਿੱਥੇ ਬਹੁਤੀ ਹੈ ਉੱਥੇ ਚਿੰਤਾ ਹੈ। ਜਿਸ ਗ੍ਰਹਿ ਥੋੜੀ ਸੋ ਫਿਰੇ ਭਰਮੰਤਾ। ਮਹਾਰਾਜ ਕਹਿੰਦੇ ਜਿੱਥੇ ਥੋੜੀ ਆ ਉਹ ਭਰਮਦਾ ਫਿਰਦਾ, ਉਹ ਭਟਕਦਾ ਫਿਰਦਾ ਵੀ ਹੈ ਹੀ ਨਹੀਂ। ਜਿੱਥੇ ਹੈ ਤਿਸ ਗ੍ਰਹਿ ਚਿੰਤਾ। ਦੋਹੂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀ। ਕਹਿੰਦੇ ਜਿਹੜਾ ਦੋਨਾਂ ਅਵਸਥਾ ਤੋਂ ਮੁਕਤ ਹੈ ਉਹੀ ਸੌਖਾ। ਆਖੋ ਸਤਿਨਾਮ। ਚਿੰਤਾ ਦੂਰ ਕਰਦੇ ਹਨ ਗੁਰੂ ਸਾਹਿਬ ਜੀ। ਸਾਰੰਗ ਮਹੱਲਾ ਪੰਜਵਾ। ਜਾਹੂ ਕਾਹੋਂ ਆਪਣੋ ਹੀ ਚਿੱਤ ਆਵੈ। ਹਰ ਕਿਸੇ ਨੂੰ ਕੋਈ ਆਪਣਾ ਹੀ ਪਿਆਰਾ ਚਿੱਤ ਵਿੱਚ ਯਾਦ ਆਉਂਦਾ ਹੈ। ਜਾਹੂ ਕਾਹੂ ਆਪਣੋ ਹੀ ਚਿੱਤ ਆਵੈ, ਜੋ ਕਾਹੂ ਕੋ ਚੇਰੋ ਹੋਵਤ ਠਾਕਰ ਹੀ ਪਹਿ ਜਾਵੈ। ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਕਿਸੇ ਦਾ ਸੇਵਕ ਹੁੰਦਾ ਹੈ ਉਹ ਸੇਵਕ ਆਪਣੇ ਮਾਲਕ ਪਾਸ ਹੀ ਲੋੜ ਪਿਆਂ ਤੇ ਜਾਂਦਾ ਹੈ। ਹੁਣ ਜਿਹੜਾ ਕਿਸੇ ਦਾ ਸੇਵਕ ਹੀ ਨਹੀਂ, ਜਿਹਦਾ ਕੋਈ ਮਾਲਕ ਹੀ ਨਹੀਂ, ਉਹ ਜਾਊ ਕਿੱਥੇ? ਜਿਹਦਾ ਕੋਈ ਗੁਰੂ ਪੀਰ ਹੈ ਹੀ ਨਹੀਂ, ਉਹ ਜਾਊ ਕਿੱਥੇ? ਇਸ ਕਰਕੇ ਜਿਹਦਾ ਗੁਰੂ ਹੈ, ਜਿਹਦਾ ਮਾਲਕ ਹੈ, ਫਿਰ ਲੋੜ ਪਏ ਤੋਂ ਉਹ ਮਾਲਕ ਦੇ ਕੋਲ ਹੀ ਜਾਂਦਾ ਹੈ। ਸਾਡਾ ਮਾਲਕ ਸਾਡਾ ਗੁਰੂ ਹੈ ਤੇ ਅਸੀਂ ਲੋੜ ਪੈਣ ਤੇ ਗੁਰੂ ਅੱਗੇ ਹੀ ਅਰਦਾਸ ਕਰਨੀ। ਜੋ ਕਾਹੂ ਕੋ ਚੇਰੋ ਹੋਵਤ, ਚੇਰੋ ਭਾਵ ਸੇਵਕ, ਨੌਕਰ, ਠਾਕੁਰ। ਹੁਣ ਨੌਕਰ ਮਾਲਕ ਕੋਲ ਹੀ ਜਾਂਦਾ ਹੈ। ਜਿਹੜਾ ਕਿਸੇ ਦਾ ਬਣਿਆ ਹੀ ਨਹੀਂ ਉਹ ਜਾਊਗਾ ਕਿਹਦੇ ਕੋਲੇ? ਕਿਸੇ ਕੋਲੇ ਨਹੀਂ ਜਾ ਸਕਦਾ, ਉਹਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੈ। ਇਸ ਕਰਕੇ ਗੁਰੂ ਨਾਨਕ ਦਾ ਸੇਵਕ ਬਣ ਜਾ। ਤੈਨੂੰ ਕੋਈ ਵੀ ਤਕਲੀਫ ਆ ਤੇ ਫਿਰ ਆਪਣੇ ਮਾਲਕ ਨੂੰ ਤੂੰ ਦੱਸ ਸਕਦਾ। ਆਪਣੇ ਪੈ ਦੁੱਖ ਆਪਣੇ ਪੈ ਸੁਖਾ, ਆਪਣੇ ਹੀ ਪੈ ਬਿਰਥਾ। ਆਪਣੇ ਸਨੇਹੀ ਕੋਲ ਦੁੱਖ ਫਰੋਲੀ ਦੇ ਹਨ ਤੇ ਸਾਡਾ ਸਨੇਹੀ ਕੌਣ ਹੈ? ਗੁਰੂ। ਆਪਣੇ ਸਨੇਹੀ ਪਾਸ ਸੁੱਖ ਦੀਆਂ ਗੱਲਾਂ ਕਰੀਦੀਆਂ ਹਨ। ਦੁੱਖ ਸੁੱਖ ਕਿਹਦੇ ਕੋਲੇ ਫਰੋਲਦੇ ਆ ਜੀ? ਆਪਣੇ ਸਨੇਹੀ ਕੋਲੇ। ਤੇ ਸਾਡਾ ਸਨੇਹੀ ਕੌਣ ਹੈ? ਗੁਰੂ। ਇਸ ਕਰਕੇ ਗੁਰੂ ਕੋਲ ਹੀ ਆਪਣੇ ਦੁੱਖ ਸੁੱਖ ਹੈ ਜਿਹੜੇ ਉਹ ਫਰੋਲਣੇ ਚਾਹੀਦੇ। ਆਪਣੇ ਪੈ ਮਾਣ ਆਪਣੇ ਪੈ ਤਾਨਾ, ਆਪਣੇ ਹੀ ਪੈ ਅਰਥਾ। ਤੇ ਆਪਣੇ ਸਨੇਹੀ ਉੱਤੇ ਹੀ ਮਾਣ ਕਰੀਦਾ ਹੈ ਤੇ ਆਪਣੇ ਸਨੇਹੀ ਦਾ ਹੀ ਆਸਰਾ ਤੱਕੀਦਾ ਹੈ। ਜੇ ਕੋਈ ਆਪਣਾ ਹੈ, ਆਪਣੇ ਤੇ ਵਿਸ਼ਵਾਸ ਹੁੰਦਾ ਵੀ ਮੇਰੀ ਮਦਦ ਕਰ ਸਕਦਾ ਤਾਂ ਉਹੀ ਕਰ ਸਕਦਾ ਹੈ। ਆਪਣੇ ਪੈ ਮਾਨ ਆਪਣੇ ਪੈ ਤਾਨਾ, ਆਪਣੇ ਹੀ ਪੈ ਅਰਥਾ। ਆਪਣੇ ਸਨੇਹੀ ਉੱਤੇ ਹੀ ਮਾਣ ਕਰੀਦਾ ਤੇ ਆਪਣੇ ਸਨੇਹੀ ਦਾ ਹੀ ਆਸਰਾ ਤੱਕੀਦਾ ਹੈ। ਆਪਣੇ ਸਨੇਹੀ ਨੂੰ ਹੀ ਆਪਣੀਆਂ ਲੋੜਾਂ ਦੱਸੀਦੀਆਂ ਹਨ। ਜਿਹਨੇ ਲੋੜਾਂ ਸੁਣਨੀਆਂ ਨੇ, ਜਿਹਨੇ ਦੁੱਖ ਸੁਣਨੇ ਆ, ਉਹਦੇ ਪਾਸ ਤੇ ਜਾਂਦਾ ਹੀ ਨਹੀਂ, ਹੋਰ ਪਾਸੇ ਹੀ ਭਟਕਿਆ ਫਿਰਦਾ ਹੈ। ਸੁੱਖ ਪਏ ਕਿਤੇ ਹੋਰ ਆ ਤੇ ਲੱਭਦਾ ਕਿਤੇ ਹੋਰ ਹੀ ਫਿਰਦਾ ਹੈ। ਜਿਵੇਂ ਘਰ ਵਿੱਚ ਕੱਪੜੇ ਰੱਖੇ ਕਿਤੇ ਹੋਣ ਤੇ ਫਰੋਲੀ ਕਿਤੇ ਹੋਰ ਹੀ ਜਾਂਦਾ ਹੋਵੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਆਪਣੇ ਪੈ ਮਾਨ ਆਪਣੇ ਪੈ ਤਾਨਾ, ਆਪਣੇ ਹੀ ਪੈ ਅਰਥਾ। ਕਿਨਹੀ ਰਾਜ ਜੋਬਨ ਧਨ ਮਿਲਖਾ, ਕਿਨਹੀ ਬਾਪ ਮਹਿਤਾਰੀ। ਕਿਸੇ ਨੇ ਰਾਜ ਦਾ ਮਾਣ ਕੀਤਾ, ਕਿਸੇ ਨੇ ਜਵਾਨੀ ਨੂੰ ਆਪਣੀ ਸਮਝਿਆ,
ਕਿਸੇ ਨੇ ਧਨ ਧਰਤੀ ਦਾ ਮਾਣ ਕੀਤਾ, ਕਿਸੇ ਨੇ ਮਾਂ ਪਿਓ ਦਾ ਆਸਰਾ ਤੱਕਿਆ। ਸਰਬ ਥੋਕ ਨਾਨਕ ਗੁਰ ਪਾਏ, ਪੂਰਨ ਆਸ ਹਮਾਰੀ। ਪਰ ਹੇ ਸਤਿਗੁਰੂ, ਮੈਂ ਤਾਂ ਸਾਰੇ ਪਦਾਰਥ ਤੈਥੋਂ ਹੀ ਪ੍ਰਾਪਤ ਕੀਤੇ ਹਨ। ਮੇਰੀ ਹਰੇਕ ਆਸ ਤੇਰੇ ਦਰ ਤੋਂ ਹੀ ਪੂਰੀ ਹੋਈ ਹੈ। ਸਰਬ ਥੋਕ ਨਾਨਕ ਗੁਰ ਪਾਏ, ਪੂਰਨ ਆਸ ਹਮਾਰੀ। ਸਾਰੰਗ ਮਹੱਲਾ ਪੰਜਵਾ। ਝੂਠੋ ਮਾਇਆ ਕੋ ਮਦਮਾਨ। हे ਅਣਜਾਣ, ਇਹ ਮਾਇਆ ਦਾ ਨਸ਼ਾ, ਮਾਇਆ ਦਾ ਹੰਕਾਰ ਝੂਠਾ ਹੈ। ਅੰਤ ਵੇਲੇ ਕੋਈ ਕੰਮ ਨਹੀਂ ਕਰਦੀ। ਜਦੋਂ ਗੁਰੂ ਨਾਲੋਂ ਵਿਛੜ ਕੇ ਦੁੱਖ ਆ ਚੁੰਬੜਦੇ ਆ ਨਾ, ਤੇ ਫਿਰ ਕੋਈ ਸਾਥ ਦੇਣ ਵਾਲਾ ਨਹੀਂ ਹੁੰਦਾ। ਕਿਸੇ ਦਾ ਜ਼ੋਰ ਹੀ ਨਹੀਂ ਚੱਲਦਾ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਪਰਮੇਸ਼ਰ ਤੋਂ ਭੁੱਲਿਆ ਹੀ ਪਤਾ ਨਹੀਂ ਕਿੰਨੇ ਰੋਗ ਆ ਚੁੰਬੜਦੇ। ਝੂਠੋ ਮਾਇਆ ਕੋ ਮਦਮਾਨ। ਧਰੋਮੋ ਦੂਰ ਕਰ ਬਪਰੇ, ਸੰਗ ਗੋਪਾਲੈ ਜਾਣ। ਇਸ ਕਰਕੇ ਮਾਇਆ ਦਾ ਮੋਹ ਆਪਣੇ ਅੰਦਰੋਂ ਦੂਰ ਕਰਕੇ ਇਹਦੀ ਖਾਤਰ ਠੱਗੀ ਕਰਨੀ ਦੂਰ ਕਰ, ਤੇ ਪਰਮਾਤਮਾ ਨੂੰ ਸਦਾ ਆਪਣੇ ਨਾਲ ਵਸਦਾ ਸਮਝ। ਇਹਨੇ ਸਾਥ ਨਹੀਂ ਦੇਣਾ। ਬਹੁ ਪਰਪੰਚ ਕਰ ਪਰ ਧਨ ਲਿਆਵੇ। ਮਹਾਰਾਜ ਕਹਿੰਦੇ ਜਿਹਦੀ ਖਾਤਰ ਪਾਪੜ ਵੇਲ ਵੇਲ ਕੇ ਲੈ ਕੇ ਆਉਣਾ, ਧੋਖਾ ਵੀ ਕਰ ਜਾਣਾ ਕਈ ਵਾਰੀ, ਪਰ ਨਹੀਂ ਸਾਥ ਦੇ ਸਕਦੇ ਜਦੋਂ ਕੋਈ ਦੁੱਖ ਆ ਚੁੰਬੜਦਾ ਹੈ। ਤੇ ਫਿਰ ਨੈਨੋ ਨੀਰ ਬਹਿ ਤਨ ਖੀਨਾ ਭਏ, ਕੇਸ ਤੋਂ ਦਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰਾ, ਅਬ ਕਿਆ ਕਰੇ ਪ੍ਰਾਨੀ। ਝੂਠੋ ਮਾਇਆ ਕੋ ਮਦਮਾਨ, ਧਰੋਮੋ ਦੂਰ ਕਰ ਬਪਰੇ, ਸੰਗ ਗੋਪਾਲੈ ਜਾਨ। ਮਿਥਿਆ ਰਾਜ ਜੋਵਨ ਅਰ ਉਮਰੇ, ਮੀਰ ਮਲਕ ਅਰ ਖਾਨ। ਇਹ ਰਾਜ ਨਾਸ਼ਵੰਤ ਹੈ, ਜਵਾਨੀ ਵੀ ਨਾਸ਼ਵੰਤ ਹੈ। 4 ਦਿਨਾਂ ਦੀ ਜਵਾਨੀ ਤੇ ਬੰਦਾ ਮਾਣ ਕਰ ਲੈਂਦਾ ਵੀ ਮੈਂ ਬਹੁਤ ਤਕੜਾ ਹਾਂ, ਮੇਰੀ ਦੇਹ ਬਹੁਤ ਤਕੜੀ ਹੈ, ਮੇਰਾ ਸਰੀਰ ਬਹੁਤ ਤਕੜਾ ਹੈ। ਪਾਤਸ਼ਾਹ ਕਹਿੰਦੇ ਨਾਸ਼ਵੰਤ ਹੈ। ਅਮੀਰ ਪਾਤਸ਼ਾਹ ਮਾਲਕ ਖਾਨ ਸਭ ਨਾਸ਼ਵੰਤ ਹਨ। ਇਹਨਾਂ ਹਕੂਮਤਾਂ ਦਾ ਨਸ਼ਾ ਵੀ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ। ਮਿਥਿਆ ਰਾਜ ਜੋਬਨ ਅਰ ਉਮਰੇ, ਮੀਰ ਮਲਕ ਅਰ ਖਾਨ। ਮਿਥਿਆ ਕਾਪੁਰ ਸੁਗੰਧ ਚਤੁਰਾਈ, ਮਿਥਿਆ ਭੋਜਨ ਪਾਨ। ਇਹ ਕੱਪੜੇ ਤੇ ਸੁਗੰਧੀਆਂ ਸਭ ਨਾਸ਼ਵੰਤ ਹਨ। ਇਹਨਾਂ ਦੇ ਆਸਰੇ ਤੇ, ਇਹਨਾਂ ਚੀਜ਼ਾਂ ਦੇ ਆਸਰੇ ਚਤੁਰਾਈ ਕਰਨੀ ਝੂਠਾ ਮਾਣ ਹੈ, ਝੂਠਾ ਕੰਮ ਹੈ। ਤੇ ਸਤਿਗੁਰੂ ਜੀ ਕਹਿੰਦੇ ਖਾਣ ਪੀਣ ਦੇ ਵਧੀਆ ਪਦਾਰਥ ਵੀ ਨਾਸ਼ਵੰਤ ਹਨ। ਮਿਥਿਆ ਭੋਜਨ ਪਾਨ। ਦੀਨ ਬੰਦਰੋ ਦਾਸ ਦਾਸਰੋ, ਸੰਤੈ ਕੀ ਸਾਰਾਨ। ਹੇ ਗਰੀਬਾਂ ਦੇ ਸਹਾਈ ਪ੍ਰਮਾਤਮਾ, ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਮੈਂ ਤੇਰੇ ਸੰਤਾਂ ਦੀ ਸ਼ਰਨ ਵਿੱਚ ਆਇਆ ਹਾਂ। ਮੰਗਣ ਮੰਗੋ ਹੋਏ ਅਚਿੰਤਾ, ਮਿਲ ਨਾਨਕ ਕੇ ਹਰ ਪ੍ਰਾਨ। ਹੇ ਸਤਿਗੁਰੂ ਜੀ, ਮੇਰੀ ਜਿੰਦ ਜਾਨ ਹੋਰ ਆਸਰੇ ਛੱਡ ਕੇ ਮੈਂ ਤੇਰੇ ਦਰ ਤੋਂ ਮੰਗਦਾ ਹਾਂ ਕਿ ਮੈਨੂੰ ਬਸ ਦਰਸ਼ਨ ਬਖਸ਼ ਦੇ, ਹੋਰ ਮੈਨੂੰ ਕਾਸੇ ਦੀ ਲੋੜ ਨਹੀਂ ਹੈ। ਆਖੋ ਸਤਿਨਾਮ। ਕਿਉਂਕਿ ਮੈਂ ਵੇਖ ਲਿਆ ਵੀ ਸਭ ਕੁਝ ਤੇ ਨਾਸ਼ਵੰਤ ਹੈ। ਜੋ ਤੂੰ ਦੇ ਰਿਹਾ ਤਾਂ ਵੀ ਤੇਰਾ ਸ਼ੁਕਰ ਹੈ, ਜੇ ਤੂੰ ਨਹੀਂ ਵੀ ਦੇ ਰਿਹਾ ਤਾਂ ਵੀ ਤੇਰਾ ਸ਼ੁਕਰ ਹੈ। ਸਾਰੰਗ ਮਹੱਲਾ ਪੰਜਵਾ। ਆਪਣੀ ਇਤਨੀ ਕਛੂ ਨਾ ਸਾਰੀ, ਅਨਕ ਰਾਜ
ਅਨਕ ਕਾਜ ਅਨਕ ਤਾਵਰਤਾ ਉਰਜਿਓ ਆਨ ਜੰਜਾਰੀ। ਜਿਹੜੀ ਆਤਮਿਕ ਜਾਇਦਾਦ ਆਪਣੀ ਬਣਨੀ ਸੀ ਉਹਦੀ ਰੱਤਾ ਭਰ ਵੀ ਸੰਭਾਲ ਨਾ ਕੀਤੀ। ਆਪਣੀ ਇਤਨੀ ਕਛੂ ਨਾ ਸਾਰੀ। ਅਨਕ ਕਾਜ ਅਨਕ ਤਾਵਰਤਾ ਉਰਜਿਓ ਆਨ ਜੰਜਾਰੀ। ਮਹਾਰਾਜ ਕਹਿੰਦੇ ਤੂੰ ਸਾਰੀ ਉਮਰ ਅਨੇਕਾਂ ਕੰਮਾਂ ਵਿੱਚ, ਅਨੇਕਾਂ ਦੌੜਾਂ ਭੱਜਾਂ ਵਿੱਚ ਅਤੇ ਹੋਰ ਜੰਜਾਲਾਂ ਵਿੱਚ ਹੀ ਫਸਿਆ ਰਿਹਾ। ਉਮਰ ਕੱਢਤੀ ਸਾਰੀ, ਬੁਢੇਪਾ ਆ ਗਿਆ, ਹੁਣ ਜਲਨ ਹੋ ਰਹੀ ਹੈ, ਰੋਗ ਚੁੰਬੜ ਗਏ, ਬਹੁਤ ਔਖਾ ਹੈ। ਕਿਉਂਕਿ ਨਾਮ ਦਾ ਜਪਣ ਦਾ ਕੋਈ ਟਾਈਮ ਟੇਬਲ ਨਾ ਬਣਿਆ, ਕੋਈ ਅੰਮ੍ਰਿਤ ਵੇਲਾ ਨਾ ਸਾਂਭਿਆ। ਸਮਾਂ ਸੀ ਜਿਹੜਾ ਹੱਥੋਂ ਨਿਕਲ ਗਿਆ, ਬੀਤ ਗਿਆ। ਦਿਓ ਸਚਾਰ ਕੇ ਦੀਸੈ ਸੰਗੀ ਊਹਾਂ ਨਾਹੀ ਜੈ ਪਾਰੀ। ਦੁਨੀਆ ਵਾਲੇ ਸਾਥੀ 4 ਦਿਨਾਂ ਦੇ ਸਾਥੀ ਦਿਸਦੇ ਹਨ, ਜਿੱਥੇ ਬਿਪਤਾ ਪੈਂਦੀ ਹੈ ਉੱਥੇ ਸਹਾਇਤਾ ਕਰ ਹੀ ਨਹੀਂ ਸਕਦੇ, ਕੋਈ ਜ਼ੋਰ ਹੀ ਨਹੀਂ ਚੱਲਦਾ। ਦਿਓ ਸਚਾਰ ਕੇ ਦੀਸੈ ਸੰਗੀ ਊਹਾਂ ਨਾਹੀ ਜੈ ਭਾਰੀ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਫਿਰ ਕਈ ਚੀਜ਼ਾਂ ਆਪਾਂ ਨੂੰ ਨਜ਼ਰ ਆਉਂਦੀਆਂ ਹਨ ਕਿ ਵਾਕਈ ਗੁਰਬਾਣੀ ਇੱਦਾਂ ਕਹਿੰਦੀ ਆ, ਆਹ ਹੋ ਰਿਹਾ ਹੈ। ਉਹ ਫਿਰ ਸਾਡੀ ਨਜ਼ਰ ਵਿੱਚ ਚੜ੍ਹਦਾ ਹੈ। ਜਦੋਂ ਅਸੀਂ ਸ਼ਬਦ ਗੁਰਬਾਣੀ ਦੇ ਪੜ੍ਹੇ ਹੁੰਦੇ ਨੇ, ਜਦੋਂ ਵੇਖੀਦਾ ਕਈ ਵਾਰੀ ਦਿਓ ਸਚਾਰ ਕੇ ਦੀਸੈ ਸੰਗੀ ਊਹਾਂ ਨਾਹੀ ਜੈ ਭਾਰੀ। ਤਿਨ ਸਿਉ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਾਵਾਰੀ। ਤੂੰ ਉਹਨਾਂ ਨਾਲ ਪਰਚ ਕੇ ਪ੍ਰੇਮ ਪਾਇਆ ਹੋਇਆ ਹੈ ਜੋ ਆਖਰ ਤੇਰੇ ਕੰਮ ਨਹੀਂ ਆ ਸਕਦਾ। ਤਿਨ ਸਿਉ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਾਵਾਰੀ। ਤੂੰ ਉਹਨਾਂ ਨਾਲ ਪਰਚ ਕੇ ਪ੍ਰੇਮ ਪਾਇਆ ਹੋਇਆ ਜੋ ਆਖਰ ਤੇਰੇ ਕੰਮ ਨਹੀਂ ਆ ਸਕਦੀ। ਹਉ ਨਾਹੀ ਨਾਹੀ ਕਿਛ ਮੇਰਾ ਨਾ ਹਮਰੋ ਬਸ ਚਾਰੀ। ਮੇਰੀ ਕੋਈ ਪਾਇਆ ਨਹੀਂ ਹੈ, ਮੇਰੀ ਕੋਈ ਸਮਰੱਥਾ ਨਹੀਂ ਹੈ ਕਿ ਇਸ ਮਾਇਆ ਦੇ ਟਾਕਰੇ ਤੇ ਮੇਰਾ ਕੋਈ ਵਸ ਨਹੀਂ ਚੱਲਦਾ, ਮੇਰਾ ਕੋਈ ਜ਼ੋਰ ਨਹੀਂ ਪੈਂਦਾ। ਕਰਨ ਕਰਾਵਣ ਨਾਨਕ ਕੇ ਪ੍ਰਭ ਸੰਤਨ ਸੰਗ ਉਧਾਰੀ। ਇਹ ਸਭ ਕੁਝ ਕਰਨ ਵਾਲੇ ਪਰਮਾਤਮਾ ਤੁਸੀਂ ਸਮਰੱਥ ਹੋ, ਇਹ ਸਭ ਕੁਝ ਕਰਾ ਸਕਣ ਵਾਲੇ ਹੋ। ਮੈਨੂੰ ਆਪਣੇ ਗੁਰਮੁਖ ਜਨਾਂ ਦੀ ਸੰਗਤ ਵਿੱਚ ਰੱਖ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣਾ ਕਰੋ। ਮੈਨੂੰ ਉਹ ਕੰਮ ਕਰਵਾਓ ਜੋ ਤੈਨੂੰ ਪਾਉਂਦੇ ਹਨ, ਜੋ ਤੈਨੂੰ ਨਹੀਂ ਪਾਉਂਦੇ ਉਹ ਕੰਮ ਸਤਿਗੁਰੂ ਜੀ ਮੈਥੋਂ ਨਾ ਹੋਣ, ਇਹ ਮੇਰੇ ਤੇ ਤੁਸੀਂ ਆਪ ਹੀ ਬਖਸ਼ਿਸ਼ ਕਰ ਸਕਦੇ ਹੋ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ। ਬੋਲਦਿਆਂ ਤੋਂ ਭੁੱਲਾਂ ਰਹਿ ਜਾਂਦੀਆਂ ਹਨ ਸੰਗਤ, ਔਰ ਸਤਿਗੁਰੂ ਜੀ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।